ਪਿਆਰੇ ਵਿਦਿਆਰਥੀਓ, ਅੱਜ ਅਸੀਂ 6ਵੀਂ ਕਲਾਸ ਦੇ ਵਿਦਿਆਰਥੀਆਂ ਲਈ ਜੋ ਉਹਨਾਂ ਦਾ 21 ਸਤੰਬਰ ਨੂੰ ਗਣਿਤ ਦਾ ਪੈਸ ਟੈਸਟ ਹੋਇਆ ਹੈ, ਅੱਜ ਅਸੀਂ ਉਸ ਨੂੰ ਹੱਲ ਕਰਦੇ ਹਾਂ। ਸਾਡੇ ਕਿੰਨੇ ਅੰਕ ਇਹਦੇ ਬਣਦੇ ਹਨ। ਤਾਂ ਆਓ ਬੱਚਿਓ, ਆਪਾਂ ਹੁਣ ਇਸ ਪ੍ਰਸ਼ਨ ਪੱਤਰ ਨੂੰ ਜੋ ਤੁਹਾਡਾ ਪੈਸ ਦਾ ਹੋਇਆ ਹੈ ਉਸ ਨੂੰ ਹੱਲ ਕਰੀਏ। ਤਾਂ ਬੱਚਿਓ, ਸਾਡੇ ਕੋਲ ਜੋ ਪਹਿਲਾ ਪ੍ਰਸ਼ਨ ਹੈ ਉਹ ਆਪਾਂ ਹੁਣ ਸ਼ੁਰੂ ਕਰਦੇ ਹਾਂ। ਸਾਡੇ ਕੋਲੇ ਪਹਿਲਾ ਪ੍ਰਸ਼ਨ ਹੈ, ਜੇਕਰ A ਅਤੇ B ਦੋ ਪੂਰਨ ਸੰਖਿਆਵਾਂ ਹੋਣ ਤਾਂ ਇਹਨਾਂ ਚੋਂ ਕਿਹੜਾ ਕਥਨ ਸਹੀ ਨਹੀਂ ਹੈ। ਤਾਂ ਬੱਚਿਓ ਧਿਆਨ ਦੇਖਣਾ, ਸਾਨੂੰ ਪੁੱਛਿਆ ਵੀ ਸਹੀ ਨਹੀਂ ਹੈ, ਕਿਹੜਾ ਸਹੀ ਨਹੀਂ ਹੈ, ਅਸੀਂ ਇਹਦੇ ਵੱਲ ਧਿਆਨ ਦੇਣਾ ਹੈ। ਤਾਂ ਦੇਖੋ, ਅਸੀਂ ਦੇਖਿਆ A + B = B + A। ਤਾਂ ਬੱਚਿਓ ਇਹ ਹੁੰਦਾ ਹੈ, ਜਾਣੀ ਕਿ ਇਹ ਕੀ ਹੈ, ਸਹੀ ਹੈ। ਫਿਰ AB ਗੁਣਾ BA, ਇਹ ਵੀ ਹਰ ਪੂਰਨ ਸੰਖਿਆ ਲਈ ਸਹੀ ਹੁੰਦਾ ਹੈ। ਲੇਕਿਨ ਜੇ ਸਾਡੇ ਕੋਲ ਇਹ ਆਪਸ਼ਨ ਹੈ, ਇਹ ਹਰ ਪੂਰਨ ਸੰਖਿਆ ਲਈ ਸਹੀ ਨਹੀਂ ਹੁੰਦਾ। ਮੰਨ ਲਓ ਕਿਸ ਤਰ੍ਹਾਂ, A ਦੀ ਕੀਮਤ ਤੁਹਾਡੇ ਕੋਲ ਹੈ 2, B ਦੀ ਕੀਮਤ ਤੁਸੀਂ ਮੰਨ ਲਓ ਬਰਾਬਰ ਹੈ 3 ਦੇ। ਹੁਣ ਜੇਕਰ ਆਪਾਂ ਦੇਖੋ, ਪਹਿਲਾਂ A ਘਟਾਓ B ਕਰਦੇ ਹਾਂ, A ਘਟਾਓ B ਜਾਣੀ ਕਿ 2 ਘਟਾਓ 3। ਤਾਂ ਬੱਚਿਓ ਕਿੰਨਾ ਅਸਰ ਆਵੇਗਾ ਇਸਦਾ, ਘਟਾਓ 1। ਹੁਣ ਦੇਖੋ ਦੂਸਰਾ ਕੀ ਹੈ ਸਾਡੇ ਕੋਲ, B ਘਟਾਓ A, ਤਾਂ ਜਾਣੀ ਕਿ 3 ਵਿੱਚੋਂ 2 ਘਟਾਏ, ਤਾਂ ਕਿੰਨਾ ਹੈ ਸਾਡੇ ਕੋਲ 1। ਦੇਖੋ ਇਹ ਸੰਖਿਆ ਆਈ ਘਟਾਓ 1 ਜਾਣੀ ਕਿ -1, ਇਹ ਸਾਡੇ ਕੋਲ ਆਈ ਜਮਾ 1 ਜਾਣੀ ਕਿ ਪਲੱਸ ਵਾਲੀ 1। ਤਾਂ ਇਸ ਕਰਕੇ ਸਾਡੇ ਕੋਲ A - B ਬਰਾਬਰ ਨਹੀਂ ਹੈ B - A, ਜਾਣੀ ਕਿ ਪੂਰਨ ਸੰਖਿਆਵਾਂ ਲਈ। ਇਸ ਕਰਕੇ ਸਾਡਾ ਜੋ ਉੱਤਰ ਆਵੇਗਾ ਉਹ ਬੱਚਿਓ, ਇਸਦਾ ਉੱਤਰ ਸਾਡੇ ਕੋਲ ਇਹ C ਆਪਸ਼ਨ ਜਾਣੀ ਕਿ ਤੀਜੇ ਆਪਸ਼ਨ ਵਾਲਾ ਇਸਦਾ ਸਹੀ ਆਂਸਰ ਸੀ। ਹੁਣ ਬੱਚਿਓ ਅਸੀਂ ਦੂਸਰਾ ਸਵਾਲ ਦੇਖਦੇ ਹਾਂ। ਸਾਡੇ ਕੋਲ ਦੂਸਰਾ ਸਵਾਲ ਹੈ, ਕਿਹੜਾ ਵਿਅੰਜਕ ਦਿੱਤੀ ਸੰਖਿਆ ਰੇਖਾ ਦੁਆਰਾ ਹੱਲ ਕੀਤਾ ਜਾ ਸਕਦਾ ਹੈ। ਆਪਾਂ ਦੇਖਦੇ ਹਾਂ, ਦੇਖੋ ਇੱਥੇ ਸਾਡੇ ਕਿੰਨਾ ਹੈ 718, ਫਿਰ ਅਸੀਂ ਉਹ 'ਚ ਕਿੰਨਾ ਜੋੜਿਆ 200, ਫਿਰ ਅਸੀਂ ਕਿੰਨਾ ਜੋੜਿਆ 40, ਜਾਣੀ ਕਿ ਅਸੀਂ ਕਿੰਨਾ ਜੋੜਤਾ ਉਹਦੇ ਵਿੱਚ ਕੁੱਲ 240, ਕਿਹਦੇ ਵਿੱਚ ਬੱਚਿਓ 718 ਦੇ ਵਿੱਚ, ਜਾਣੀ ਕਿ ਅਸੀਂ 718 ਦੇ ਵਿੱਚ ਜੋੜਤਾ 240, ਜਾਣੀ ਕਿ ਸਾਡਾ ਫਿਰ ਇਸ ਸਵਾਲ ਦਾ ਆਂਸਰ ਕੀ ਬਣੇਗਾ, ਸਾਡੇ ਕੋਲ ਜੋ ਆਪਸ਼ਨ ਬਣੇਗਾ ਇਸਦਾ, ਉਹ ਸਾਡੇ ਕੋਲ ਬਣੇਗਾ ਇਹ ਆਪਸ਼ਨ ਸਾਡੇ ਕੋਲੇ ਬਣੇਗਾ। ਤਾਂ ਇਸ ਤਰ੍ਹਾਂ ਬੱਚਿਓ ਸਾਡੇ ਕੋਲ ਇਸ ਸਵਾਲ ਦਾ ਆਪਸ਼ਨ ਬਣੇਗਾ 718 ਜਮਾ 240, ਜਾਣੀ ਕਿ ਸਾਡੇ ਕੋਲ ਇਸ ਦਾ ਉੱਤਰ ਕੀ ਹੈ, ਇਹ ਇਸ ਦਾ ਉੱਤਰ ਹੈ। ਹੁਣ ਬੱਚਿਓ ਆਪਾਂ ਤੀਸਰਾ ਸਵਾਲ ਦੇਖਦੇ ਹਾਂ। ਸਾਡੇ ਕੋਲ ਤੀਸਰਾ ਸਵਾਲ ਹੈ, ਹੇਠਾਂ ਦਿੱਤੀਆਂ ਸੰਖਿਆਵਾਂ ਵਿੱਚੋਂ ਕਿਹੜੀ ਸੰਖਿਆ ਭਾਜ ਹੈ, ਜਾਣੀ ਕਿ ਕੰਪੋਜਿਟ ਨੰਬਰ। ਕਿਹੜੀ ਸੰਖਿਆ ਸਾਡੇ ਕੋਲੇ ਕੰਪੋਜਿਟ ਨੰਬਰ ਹੈ, ਜਾਣੀ ਕਿ ਭਾਜ ਕਿਹੜੀ ਹੈ, ਵੀ ਕਿਹੜੀ ਸੰਖਿਆ ਕਿਸੇ ਹੋਰ ਸੰਖਿਆ ਨਾਲ ਵੰਡੀ ਜਾਵੇਗੀ। ਹੁਣ ਦੇਖੋ ਬੱਚਿਓ, ਅਸੀਂ ਦੇਖਦੇ ਹਾਂ 5 ਸਾਡੇ ਕੋਲੇ ਅਭਾਜ ਸੰਖਿਆ ਹੈ, ਪ੍ਰਾਈਮ ਨੰਬਰ ਹੈ। 19 ਵੀ ਸਾਡੇ ਕੋਲੇ ਪ੍ਰਾਈਮ ਨੰਬਰ ਹੈ। 71 ਵੀ ਪ੍ਰਾਈਮ ਨੰਬਰ ਹੈ। ਤਾਂ ਇਹਨਾਂ ਵਿੱਚੋਂ ਸਾਡੇ ਕੋਲੇ ਕੋਈ ਤਿੰਨਾਂ ਵਿੱਚੋਂ ਕੋਈ ਵੀ ਸੰਖਿਆ ਨਹੀਂ ਹੋ ਸਕਦੀ। ਹੁਣ ਅਸੀਂ ਦੇਖਿਆ ਸਾਡੇ ਕੋਲੇ 85 ਹੈ, ਤਾਂ 85 ਨੂੰ ਜੇਕਰ ਬੱਚਿਓ ਅਸੀਂ 5 ਨਾਲ ਭਾਗ ਕਰਦੇ ਹਾਂ ਤਾਂ ਸਾਡੇ ਕੋਲ ਕਿੰਨਾ ਆਉਂਦਾ ਹੈ 17, ਕਿਉਂਕਿ 17 5 ਬੱਚਿਓ ਕਿੰਨੇ ਹੁੰਦਾ ਹੈ 85, ਜਾਣੀ ਕਿ ਜੋ ਸਾਡੇ ਕੋਲੇ 85 ਸੰਖਿਆ ਹੈ, ਇਹ ਸਾਡਾ ਇਸ ਸਵਾਲ ਦਾ ਉੱਤਰ ਹੈ। ਹੁਣ ਬੱਚਿਓ ਅਸੀਂ ਅੱਗੇ ਚੌਥਾ ਸਵਾਲ ਦੇਖਦੇ ਹਾਂ। ਸਾਡੇ ਕੋਲ ਚੌਥਾ ਸਵਾਲ ਹੈ, ਹੇਠਾਂ ਦਿੱਤੀਆਂ ਸੰਪੂਰਨ ਸੰਖਿਆਵਾਂ ਦਾ ਵਾਧਾ ਕਰਮ ਕੀ ਹੋਵੇਗਾ, ਜਾਣੀ ਕਿ ਅਸੀਂ ਇਹਨਾਂ ਨੂੰ ਵਾਧੇ ਕਰਮ ਵਿੱਚ ਲਿਖਣਾ ਹੈ। ਤਾਂ ਬੱਚਿਓ ਸਾਨੂੰ ਪਤਾ ਹੈ ਵੀ ਸਭ ਤੋਂ ਪਹਿਲਾਂ ਜੋ ਸਾਡੇ ਘਟਾਓ ਵਾਲੀ ਸੰਖਿਆ ਹੁੰਦੀ ਹੈ ਸਾਡੇ ਕੋਲ, ਉਹ ਸਭ ਤੋਂ ਕੀ ਹੁੰਦੀ ਹੈ, ਛੋਟੀ ਹੁੰਦੀ ਹੈ। ਦੇਖੋ 24 ਸਭ ਤੋਂ ਛੋਟੀ ਸੰਖਿਆ ਹੋਵੇਗੀ। ਉਸ ਤੋਂ ਬਾਅਦ ਸਾਡੇ ਕੋਲ ਜੋ ਸੰਖਿਆਵਾਂ ਹਨ ਉਹ ਸਾਰੀਆਂ ਕਿਹੜੀਆਂ ਹਨ, ਧਨਾਤਮਕ ਹਨ। ਤਾਂ ਉਸ ਤੋਂ ਬਾਅਦ ਸਾਡੇ ਕੋਲ ਆ ਜਾਵੇਗੀ 24, ਫਿਰ ਕਿਹੜੀ ਆਵੇਗੀ ਸਾਡੇ ਕੋਲ ਬੱਚਿਓ 48, ਤਾਂ ਉਸ ਤੋਂ ਬਾਅਦ ਕਿਹੜੀ ਆਵੇਗੀ ਸਾਡੇ ਕੋਲੇ 72। ਤਾਂ ਇਹ ਸਾਡੇ ਕੋਲ ਜੋ ਸਵਾਲ ਬਣਦਾ ਹੈ ਉਹ ਕਿਹੜੇ ਵਿੱਚ ਬਣਦਾ ਬੱਚਿਓ, ਦੇਖੋ -24, ਫਿਰ 24, ਫਿਰ 48 ਵਿੱਚ। ਸਾਡੇ ਕੋਲ ਜੋ ਸਵਾਲ ਦਾ ਸਾਡਾ ਆਂਸਰ ਹੈ ਉਹ ਇਸਦਾ ਇਹ ਵਾਲਾ ਆਂਸਰ ਹੈ, ਜਾਣੀ ਕਿ ਡੀ ਆਪਸ਼ਨ। ਹੁਣ ਬੱਚਿਓ ਆਪਾਂ ਪੰਜਵਾਂ ਸਵਾਲ ਦੇਖਦੇ ਹਾਂ। ਹੇਠਾਂ ਦਿੱਤੇ ਵਿਅੰਜਕ ਨੂੰ ਹੱਲ ਕਰਨ ਦਾ ਸਹੀ ਤਰੀਕਾ ਕੀ ਹੈ। ਤਾਂ ਬੱਚਿਓ ਸਾਨੂੰ ਪਤਾ ਵੀ ਇਹ ਭਿੰਨਾਂ ਵਾਲਾ ਸਵਾਲ ਹੈ,
ਯਾਨੀ ਕਿ ਜਿਹਨੂੰ ਅਸੀਂ ਬਟਨ ਵਾਲਾ ਸਵਾਲ ਕਹਿ ਦਿੰਦੇ ਹਾਂ, ਉਸ ਨੂੰ ਅਸੀਂ ਕਿਸ ਤਰ੍ਹਾਂ ਹੱਲ ਕਰਦੇ ਹਾਂ। ਤਾਂ ਇਹਦੇ ਵਾਸਤੇ ਸਾਡੇ ਕੋਲ ਕੀ ਹੁੰਦਾ ਹੈ, ਦੇਖੋ ਅਸੀਂ ਜੋ ਨੀਚੇ ਵਾਲੀਆਂ ਸਾਡੇ ਕੋਲ ਸੰਖਿਆਵਾਂ ਹਨ, ਅਸੀਂ ਇਹਨਾਂ ਨੂੰ ਕਰ ਦਿੰਦੇ ਹੈਗੇ ਆਪਸ ਵਿੱਚ ਗੁਣਾ। ਜੋ ਇਹ ਸੰਖਿਆ ਹੈ ਇਹਨੂੰ ਅਸੀਂ ਇਸ ਸੰਖਿਆ ਨਾਲ ਗੁਣਾ ਕਰ ਦਿੰਦੇ ਹਾਂ। ਤਾਂ 1 ਨੂੰ 6 ਨਾਲ ਕੀਤਾ ਬੱਚੋ ਕਿੰਨਾ ਆ ਜਾਵੇਗਾ 6। 5 ਨੂੰ ਫਿਰ ਇੱਧਰ 1 ਨਾਲ ਕਰਾਂਗੇ ਤਾਂ ਸਾਡੇ ਕੋਲ ਕਿੰਨਾ ਆ ਜਾਵੇਗਾ 5। ਯਾਨੀ ਕਿ 6 ਘਟਾਓ 5 ਬਟਾ 5 ਗੁਣਾ 6। ਤਾਂ ਬੱਚਿਓ ਇਹ ਕਿਹੜੇ ਆਪਸ਼ਨ ਦੇ ਵਿੱਚ ਹੈ ਸਾਡੇ ਕੋਲ, ਇਹ ਸਾਡੇ ਕੋਲੇ ਜੋ ਸਾਡੇ ਕੋਲ ਡੀ ਆਪਸ਼ਨ ਹੈ, ਇਹ ਸਾਡੇ ਕੋਲੇ ਹੈ, ਇਹ ਸਾਡੇ ਕੋਲ ਇਸ ਦਾ ਉੱਤਰ ਬਣਦਾ ਹੈ। ਯਾਨੀ ਕਿ ਇਸ ਦਾ ਜੋ ਸਾਡਾ ਉੱਤਰ ਬਣਦਾ ਹੈ ਉਹ ਸਾਡਾ ਡੀ ਆਪਸ਼ਨ ਸਾਡਾ ਇਸ ਦਾ ਉੱਤਰ ਬਣਦਾ ਹੈ। ਯਾਨੀ ਕਿ ਆਪਸ਼ਨ ਨੰਬਰ 4 ਇਸ ਸਵਾਲ ਦਾ ਸਾਡੇ ਕੋਲੇ ਉੱਤਰ ਹੈ। ਹੁਣ ਬੱਚਿਓ ਸਾਡੇ ਕੋਲ 6ਵਾਂ ਸਵਾਲ ਹੈ, ਹੇਠਾਂ ਦਿੱਤੇ ਪੈਟਰਨ ਨੂੰ ਧਿਆਨ ਨਾਲ ਦੇਖੋ ਅਤੇ ਦੱਸੋ ਕਿ ਅਗਲਾ ਪਦ ਕਿਹੜਾ ਹੋਵੇਗਾ। ਯਾਨੀ ਕਿ ਅਸੀਂ ਅਗਲੀ ਟਰਮ ਦੱਸਣੀ ਆ ਵੀ ਇਸਦੀ ਨੈਕਸਟ ਟਰਮ ਬੱਚਿਓ ਕਿਹੜੀ ਹੋਵੇਗੀ। ਤਾਂ ਬੱਚਿਓ ਤੁਸੀਂ ਉੱਪਰ ਧਿਆਨ ਨਾਲ ਦੇਖੋ, ਸਾਡੇ ਕੋਲ 5 ਆ ਰਿਹਾ ਹੈਗਾ, 5 ਤੋਂ ਬਾਅਦ ਸਾਡੇ ਕੋਲ ਕੀ ਆ ਰਿਹਾ, ਸਾਡੇ ਕੋਲ 5 ਤੋਂ ਬਾਅਦ ਸਾਡੇ ਕੋਲ 6 ਆ ਰਿਹਾ ਹੈ, ਫਿਰ ਕੀ ਆ ਰਿਹਾ 7 ਆ ਰਿਹਾ। ਯਾਨੀ ਕਿ ਉਸ ਤੋਂ ਬਾਅਦ ਸਾਡੇ ਕੋਲ ਕੀ ਹੋਣਾ ਚਾਹੀਦਾ, ਸਾਡੇ ਕੋਲ ਹੋਣਾ ਚਾਹੀਦਾ ਗਾ 9। ਤਾਂ ਸਾਡੇ ਕੋਲ ਨੀਚੇ ਕੀ ਹੈ, ਨੀਚੇ ਸਾਡੇ ਕੋਲ ਹੈਗਾ ਗਾ 6 7 8। ਯਾਨੀ ਕਿ ਉੱਪਰ ਸਾਡੇ ਕੋਲ 9, ਨੀਚੇ ਸਾਡੇ ਕੋਲੇ 10। ਯਾਨੀ ਕਿ ਇਸ ਦਾ ਆਂਸਰ ਕੀ ਹੋਗਾ ਬੱਚਿਓ 9/10 ਵਾਲਾ। ਤਾਂ ਇਹ ਸਾਡਾ ਕਿਹੜਾ ਆਪਸ਼ਨ ਸੀਗਾ, ਆਪਸ਼ਨ ਨੰਬਰ 2। ਹੁਣ ਬੱਚਿਓ ਅਸੀਂ ਅਗਲਾ ਸਵਾਲ ਦੇਖਦੇ ਹਾਂ। ਸਾਡੇ ਕੋਲ ਅੱਗੇ 7ਵਾਂ ਸਵਾਲ ਹੈ, ਚਿੱਤਰ ਅਨੁਸਾਰ k ਦਾ ਮੁੱਲ ਕੀ ਹੋਵੇਗਾ। ਤਾਂ ਦੇਖੋ ਅਸੀਂ ਦੇਖਿਆ ਬੱਚਿਓ ਸਾਡੇ ਕੋਲ ਇਹ ਸੰਖਿਆ 6 ਹੈ, ਇਹ ਸਾਡੇ ਕੋਲ 7 ਹੈ। ਜੋ k ਹੈ ਉਹ 7 ਅਤੇ 8 ਸੰਖਿਆ ਦੇ ਵਿਚਾਲੇ ਹੈ। ਯਾਨੀ ਕਿ ਇਸ ਦਾ ਉੱਤਰ ਇਹ ਤਾਂ ਹੋ ਨਹੀਂ ਸਕਦਾ ਕਿਉਂਕਿ ਸੰਖਿਆ ਕੀ 6 ਤੋਂ ਵੱਧ। ਤਾਂ ਹੁਣ ਇਹਨਾਂ ਦੋਨਾਂ ਦੇ ਵਿੱਚੋਂ ਕੀ ਉੱਤਰ ਬਣਦਾ ਹੈ ਅਸੀਂ ਇਹ ਦੇਖਣਾ ਹੈ ਕਿ ਨਨ ਆਫ ਦੀਜ ਵੀ ਹੋ ਸਕਦਾ ਹੈ, ਇਹ ਵੀ ਆਪਾਂ ਦੇਖ ਸਕਦੇ ਹਾਂ। ਦੇਖੋ ਸਾਡੇ ਕੋਲ 7 ਤੋਂ ਲੈ ਕੇ 8 ਤੱਕ ਅਸੀਂ ਕਿੰਨੇ ਹਿੱਸੇ ਬਣਾਏ ਆ, ਦੇਖੋ 1 2 3 4 5। ਯਾਨੀ ਕਿ ਜਦੋਂ ਅਸੀਂ 7 ਤੋਂ 8 ਤੱਕ ਜਾਂਦੇ ਹਾਂ ਤਾਂ ਯਾਨੀ ਕਿ ਅਸੀਂ ਇਹਨੂੰ 5 ਸਟੈਪ ਦੇ ਵਿੱਚ ਵੰਡ ਲਿਆ ਹੈ। ਯਾਨੀ ਕਿ ਸਾਡੇ ਕੋਲੇ ਕੁੱਲ ਜੇ ਅਸੀਂ ਇਸ ਤਰ੍ਹਾਂ ਅੱਗੇ 10 ਭਾਗ ਬਣਾ ਕੇ ਸਾਨੂੰ ਪਤਾ ਹੈ ਤਾਂ ਇੱਕ ਇਹ ਭਾਗ ਦੇ ਵਿੱਚ ਬਣਾ ਲਗੇ ਅਸੀਂ, ਤਾਂ ਸਾਡੇ ਕੋਲ ਕੀ ਆ ਜਾਣਗੇ, ਦੇਖੋ ਇਹ 7.1 7.2 7.3 7.4 5 6 ਅੱਗੇ 7.7। ਯਾਨੀ ਕਿ ਸਾਡੇ ਕੋਲ ਜੋ k ਵਾਲਾ ਸਵਾਲ ਸਾਡੇ ਕੋਲ ਬਣੇਗਾ 7.8। ਯਾਨੀ ਕਿ ਇਸ ਦਾ ਆਪਸ਼ਨ ਦਾ ਆਂਸਰ ਕੀ ਆ ਸਾਡੇ ਕੋਲੇ 2 ਨੰਬਰ ਆਪਸ਼ਨ ਵਾਲਾ ਜੋ ਇਸ ਦਾ ਸਾਡੇ ਕੋਲ ਉੱਤਰ ਹੈ ਬੱਚਿਓ ਉਹ ਇਸ ਦਾ ਉੱਤਰ ਹੋਵੇਗਾ। ਹੁਣ ਅਸੀਂ ਅੱਗੇ 8ਵਾਂ ਸਵਾਲ ਦੇਖਦੇ ਹਾਂ। ਤਾਂ ਬੱਚਿਓ ਸਾਡੇ ਕੋਲ 8ਵਾਂ ਸਵਾਲ ਹੈ, ਹੇਠ ਲਿਖੇ ਵਿਅੰਜਕ ਦਾ ਮੁੱਲ ਕੀ ਹੋਵੇਗਾ। ਤਾਂ ਬੱਚਿਓ ਆਪਾਂ ਦੇਖਦੇ ਹਾਂ ਇਸ ਦਾ ਵਿਅੰਜਕ ਦਾ ਮੁੱਲ ਕੀ ਹੋਵੇਗਾ। ਦੇਖੋ ਆਪਾਂ ਇਸ ਨੂੰ ਕਿਸ ਤਰ੍ਹਾਂ ਹੱਲ ਕਰ ਸਕਦੇ ਹਾਂ। ਤਾਂ ਬੱਚਿਓ ਸੌਖਾ ਤਰੀਕਾ ਇਹ ਹੁੰਦਾ ਹੈ, ਦੇਖੋ ਅਸੀਂ ਦੇਖਿਆ ਵੀ ਇਹ ਸਾਡੇ ਕੋਲੇ 5/100 ਹੈ। ਜੋ ਦੂਸਰਾ ਸਾਡੇ ਕੋਲੇ ਹੈ ਇਹ ਕਿੰਨਾ ਹੈ 6/1000 ਹੈ। ਤਾਂ ਅਸੀਂ ਬੱਚਿਓ ਜੇ ਜੇਕਰ ਦੋਨਾਂ ਦੇ ਹਰ ਨੂੰ ਬਰਾਬਰ ਕਰ ਲਈਏ ਤਾਂ ਉਹ ਸਵਾਲ ਹੱਲ ਕਰਨਾ ਬਹੁਤ ਸੌਖਾ ਹੋ ਜਾਂਦਾ ਹੈ। ਦੇਖੋ ਅਸੀਂ ਜੇਕਰ ਇਸ ਦੇ ਹਰ ਨੂੰ ਬਰਾਬਰ ਕਰਨਾ ਹੈ, ਯਾਨੀ ਕਿ ਇਹ 1000 ਹੈ 100 ਹੈ, ਤਾਂ ਇਹਨੂੰ ਕਿੰਨਾ ਬੱਚੇ ਗੁਣਾ ਹੋਵੇਗੀ 10 ਨਾਲ। ਤਾਂ ਸਾਨੂੰ ਫਿਰ ਉੱਪਰ ਵੀ 10 ਨਾਲ ਗੁਣਾ ਕਰਨੀ ਹੋਵੇਗੀ। ਯਾਨੀ ਕਿ ਉੱਪਰ ਸਾਡੇ ਕੋਲ ਕਿੰਨਾ ਬਣ ਗਿਆ, ਇਹ ਬੱਚੇ ਇਹਦੇ ਵਿਚਾਲੇ ਜੋੜ ਦੇ ਨਿਸ਼ਾਨ ਸੀ, ਉੱਪਰ ਸਾਡੇ ਕੋਲ ਬਣ ਗਿਆ ਬੱਚੇ 50। ਦੂਸਰਾ ਕਿੰਨਾ ਹੈ ਸਾਡੇ ਕੋਲ 6। ਨੀਚੇ ਦੇਖੋ ਦੋਨਾਂ ਦੇ 1000 ਹੈ ਤਾਂ ਦੋਨਾਂ ਦੇ ਨੀਚੇ ਕਿੰਨਾ ਆ ਗਿਆ 1000। ਯਾਨੀ ਕਿ ਸਾਡੇ ਕੋਲ ਸਵਾਲ ਜੋ ਬਣ ਗਿਆ ਉਹ ਬਣ ਗਿਆ 56/1000। ਹੁਣ ਬੱਚਿਓ ਕਿਉਂਕਿ ਨੀਚੇ 3 ਜ਼ੀਰੋਆਂ ਹਨ ਤਾਂ ਉੱਪਰ ਜਿਹੜਾ ਬਿੰਦੂ ਲੱਗੇਗਾ ਕਿੰਨੇ ਅੰਕਾਂ ਵਾਰ ਲੱਗੇਗਾ 3 ਵਾਰ। ਤਾਂ ਅਸੀਂ ਜੇਕਰ ਇਸ ਨੂੰ ਹੁਣ ਦਸ਼ਮਲਵ ਦੇ ਵਿੱਚ ਬਦਲਣਾ ਹੈ ਤਾਂ ਸਾਨੂੰ ਪਹਿਲਾਂ ਇੱਥੇ ਦਸ਼ਮਲਵ ਲਾ ਕੇ ਇਸ ਨੂੰ ਲਿਖਾਂਗੇ ਕਿਉਂਕਿ ਥੱਲੇ ਸਾਡੇ ਕੋਲ 3 ਜ਼ੀਰੋਆਂ ਯਾਨੀ ਕਿ 1000 ਹਨ। ਤਾਂ ਸਾਨੂੰ ਇੱਧਰ 3 ਸੰਖਿਆ ਤੋਂ ਪਹਿਲਾਂ ਜਿਹੜਾ ਦਸ਼ਮਲਵ ਬਾਕਸ ਦੀ ਵਰਤੋਂ ਕਰਨੀ ਹੋਵੇਗੀ। ਬੱਚਿਓ ਇਸ ਦਾ ਆਪਸ਼ਨ ਫਿਰ ਕੀ ਬਣੇਗਾ ਸਾਡੇ ਕੋਲ, ਇਸ ਦਾ ਆਪਸ਼ਨ ਬਣੇਗਾ ਸਾਡੇ ਕੋਲੇ ਏ ਆਪਸ਼ਨ। ਤਾਂ ਹੁਣ ਬੱਚਿਓ ਆਪਾਂ ਉਸ ਤੋਂ ਬਾਅਦ 9ਵਾਂ ਸਵਾਲ ਦੇਖਦੇ ਹਾਂ। ਤਾਂ ਬੱਚਿਓ ਸੌਖਾ ਸਵਾਲ ਹੈ, ਅਸੀਂ ਦੇਖਣਾ ਹੈ 69 ਦਾ ਰੋਮਨ ਸੰਖਿਆ ਅੰਕ ਕੀ ਹੋਵੇਗਾ। ਤਾਂ ਸਾਨੂੰ ਬੱਚਿਓ ਪਤਾ ਹੈ L ਦਾ ਮਤਲਬ ਕਿੰਨਾ ਹੁੰਦਾ ਹੈ 50। ਉਸ ਤੋਂ ਸਾਡੇ ਕੋਲ ਜੋ ਇਸ ਤਰ੍ਹਾਂ ਇਹ x ਹੁੰਦਾ ਹੈ ਇਸ ਦਾ ਮਤਲਬ ਕਿੰਨਾ ਹੁੰਦਾ ਹੈ 10।
ਜਾਣੀ ਕਿ 50 ਤੇ 10 60। ਬੱਚੇ ਸਾਡੇ ਕੋਲ ਜੇ ਇਹ ਸੰਖਿਆ ਹੁੰਦੀ ਹੈ, ਇਹ ਕਿੰਨੀ ਹੁੰਦੀ ਹੈ 9। ਤਾਂ ਇਸ ਤਰ੍ਹਾਂ ਸਾਡੇ ਕੋਲ ਜੋ ਇਹਨਾਂ ਦਾ ਜੋੜ ਬਣ ਗਿਆ ਕਿੰਨਾ ਬਣਾ ਸਾਡੇ ਕੋਲੇ 69। ਜਾਣੀ ਕਿ ਇਸ ਦਾ ਸਾਡਾ ਜੋ ਆਪਸ਼ਨ ਆਏਗਾ ਉਹ ਪਹਿਲਾ ਆਪਸ਼ਨ ਹੀ ਇਸ ਦਾ ਆਂਸਰ ਸੀ। ਹੁਣ ਬੱਚਿਓ ਅਸੀਂ ਉਸ ਤੋਂ ਬਾਅਦ ਅੱਗੇ ਅਸੀਂ 10ਵਾਂ ਸਵਾਲ ਦੇਖਦੇ ਹਾਂ ਵੀ 10ਵੇਂ ਸਵਾਲ ਦਾ ਕੀ ਆਪਸ਼ਨ ਬਣਦਾ ਹੈ। 8 ਘੰਟੇ ਇੱਕ ਦਿਨ ਦੀ ਕਿਹੜੀ ਭਿੰਨ ਹੈ। ਜਾਣੀ ਕਿ ਅਸੀਂ ਦੇਖਣਾ ਹੈ ਵੀ ਸਾਡੇ ਕੋਲ ਜੋ 8 ਘੰਟੇ ਹਨ ਉਹ ਦਿਨ ਦੀ ਕਿੰਨੀ ਭਿੰਨ ਬਣਾਉਂਦੇ ਆ ਬੱਚੋ। ਤਾਂ ਬੱਚੋ ਸਾਨੂੰ ਦਿਨ ਦੇ ਵਿੱਚ ਪਤਾ ਹੈਗਾ ਵੀ ਦਿਨ ਦੇ ਵਿੱਚ ਕਿੰਨੇ ਹੁੰਦੇ ਆ ਸਾਡੇ ਕੋਲ, ਇੱਕ ਦਿਨ ਦੇ ਵਿੱਚ 24 ਘੰਟੇ ਹੁੰਦੇ ਹਨ। ਤਾਂ ਦੇਖੋ ਸਾਡੇ ਕੋਲੇ ਤਾਂ ਫਿਰ ਅਸੀਂ 8 ਘੰਟਿਆਂ ਤੇ 24 ਘੰਟਿਆਂ ਨੂੰ ਭਿੰਨ ਦੇ ਰੂਪ ਵਿੱਚ ਲਿਖਾਂਗੇ। ਬੱਚੋ ਆਪਾਂ ਜੇ ਕੱਟੀਏ 8 8 8 ਤੀਆ 24, ਜਾਣੀ ਕਿ ਆਂਸਰ ਕਿੰਨਾ ਆ ਗਿਆ 1/3। ਜਾਣੀ ਕਿ ਇਹ ਆਪਸ਼ਨ ਜਾਣੀ ਕਿ ਪਹਿਲਾ ਆਪਸ਼ਨ ਇਸ ਦਾ ਕੀ ਸੀ ਬੱਚਿਓ ਉੱਤਰ ਸੀ। ਹੁਣ ਬੱਚਿਓ ਅਸੀਂ ਅੱਗੇ 11ਵਾਂ ਸਵਾਲ ਦੇਖਦੇ ਹਾਂ। ਸਾਡੇ ਕੋਲ 11ਵੇਂ ਸਵਾਲ ਦੇ ਵਿੱਚ ਕੀ ਹੈ 4 ਸੈਂਟੀਮੀਟਰ ਅਤੇ 2 ਮਿਲੀਮੀਟਰ ਨੂੰ ਦਸ਼ਮਲਵ ਦਾ ਪ੍ਰਯੋਗ ਕਰਕੇ ਕਿੰਨੇ ਸੈਂਟੀਮੀਟਰ ਵਿੱਚ ਲਿਖ ਸਕਦੇ ਹਾਂ। ਦੇਖੋ ਬੱਚਿਓ ਸਾਡੇ ਕੋਲ 4 ਸੈਂਟੀਮੀਟਰ ਦਾ ਹੈ, ਦੂਸਰਾ ਸਾਡੇ ਕੋਲ ਕੀ ਹੈ 2 ਮਿਲੀਮੀਟਰ। ਤਾਂ ਜਦੋਂ ਅਸੀਂ ਮਿਲੀਮੀਟਰ ਨੂੰ ਸੈਂਟੀਮੀਟਰ ਦੇ ਵਿੱਚ ਬਦਲਣਾ ਹੁੰਦਾ ਬੱਚਿਓ ਤਾਂ ਅਸੀਂ ਉਸ ਨੂੰ 10 ਨਾਲ ਭਾਗ ਕਰਦੇ ਹਾਂ। ਤਾਂ ਇਹ ਸਾਡੇ ਕੋਲ ਕਿੰਨਾ ਬਣ ਜਾਣਾਗਾ 0.2। ਹੁਣ ਅਸੀਂ 4 ਦੇ ਵਿੱਚ ਕੀ ਜੋੜ ਕੀਤਾ 0.2। ਜਦੋਂ ਬੱਚੋ ਪਹਿਲੇ ਜੋੜਿਆ ਤਾਂ ਸਾਡੇ ਕੋਲ ਕਿੰਨਾ ਬਣ ਜਾਏਗਾ ਇਹ 4.2। ਯਾਨੀ ਕਿ ਇਸ ਦਾ ਆਂਸਰ ਸਾਡੇ ਕੋਲ ਆ ਜਾਵੇਗਾ 4.2 ਸੈਂਟੀਮੀਟਰ। ਬੱਚੋ ਸਾਡੇ ਕੋਲ ਇਸ ਤਰ੍ਹਾਂ ਅੱਗੇ 12ਵਾਂ ਸਵਾਲ ਹੈ। 12ਵੇਂ ਸਵਾਲ ਦੇ ਵਿੱਚ ਕੀ ਹੈ ਸਾਡੇ ਕੋਲ ਇੱਕ ਸੰਖਿਆ ਸਾਡੇ ਕੋਲੇ 11 ਹੈ, ਦੂਸਰੀ ਸਾਡੇ ਕੋਲੇ ਉਹਦੇ ਵਿੱਚ 7 ਹੈ। ਦੇਖੋ ਹੁਣ ਦੇਖੋ ਸਾਡੇ ਕੋਲ ਇਹ ਨਿਸ਼ਾਨ ਪਲੱਸ ਦਾ ਹੈ ਮਾਈਨਸ ਦਾ ਹੈ। ਤਾਂ ਜਦੋਂ ਅਸੀਂ ਬ੍ਰੈਕਟ ਨੂੰ ਖੋਲਾਂਗੇ ਬੱਚੇ ਸਾਡੇ ਕੋਲ ਨਿਸ਼ਾਨ ਕਾਹਦਾ ਰਹਿ ਜਾਣਾ ਹੈਗਾ ਮਾਈਨਸ ਦਾ। ਤਾਂ 11 4 ਕੱਢੇ 11 ਚੋਂ 7 ਕੱਢੇ ਬੱਚੇ ਕਿੰਨੇ ਹੋ ਗਏ 4। ਤਾਂ ਇਸ ਤਰ੍ਹਾਂ ਸਾਡੇ ਕੋਲ ਇਸ ਦਾ ਆਂਸਰ ਕਿੰਨਾ ਆ ਜਾਵੇ ਸਾਡੇ ਕੋਲੇ 4। ਯਾਨੀ ਕਿ ਇਸ ਸਵਾਲ ਦਾ ਆਂਸਰ ਕੀ ਸੀ ਬੱਚਿਓ 2 ਨੰਬਰ ਵਾਲਾ ਇਸ ਦਾ ਆਪਸ਼ਨ ਜੋ ਸੀ ਉਸਦਾ ਆਂਸਰ ਸੀ। ਹੁਣ ਬੱਚਿਓ ਅੱਗੇ ਸਾਡੇ ਕੋਲ 13ਵਾਂ ਸਵਾਲ ਹੈ। ਡੇਵਿਡ ਨੇ 12 ਕਿਲੋ ਸਬਜ਼ੀ ਖਰੀਦੀ। ਤਾਂ ਬੱਚਿਓ ਡੇਵਿਡ ਨੇ ਜੋ ਕੁੱਲ ਸਬਜ਼ੀ ਖਰੀਦੀ ਹੈ ਸਬਜ਼ੀ ਕਿੰਨੀ ਹੈ 12 ਕਿਲੋਗ੍ਰਾਮ। ਉਸਨੇ ਜੋ ਆਲੂ ਖਰੀਦੇ ਹੈ ਉਹ ਕਿੰਨੇ ਖਰੀਦੇ ਸਾਡੇ ਕੋਲ 7 ਕਿਲੋ ਤੇ 670 ਗ੍ਰਾਮ। ਇਹਨੂੰ ਆਪਾਂ ਬੱਚਿਓ ਇਸ ਤਰ੍ਹਾਂ ਲਿਖ ਸਕਦੇ ਹਾਂ। ਦੂਸਰਾ ਸਾਡੇ ਕੋਲ ਹੈ ਪਿਆਜ਼। ਬੱਚਿਓ ਪਿਆਜ਼ ਅਸੀਂ ਕਿੰਨੇ ਖਰੀਦੇ ਹੈਗੇ 3 ਕਿਲੋ 42 ਗ੍ਰਾਮ। ਇਹਨੂੰ ਆਪਾਂ ਲਿਖਾਂਗੇ ਦੇਖੋ 42 ਗ੍ਰਾਮ। ਬੱਚੇ ਦੇਖੋ ਜੀ 42 ਗ੍ਰਾਮ ਨੂੰ ਆਪਾਂ ਕਿਲੋ 'ਚ ਬਦਲਣਾ ਹੈ। ਦੇਖੋ ਅਸੀਂ ਕੀ ਕਰਨਾ ਹੈ 42 ਗ੍ਰਾਮ ਨੂੰ ਜਦੋਂ ਕਿਲੋ 'ਚ ਬਦਲਣਾ ਹੈ ਤਾਂ 42 ਨੂੰ ਅਸੀਂ 1000 ਨਾਲ ਭਾਗ ਕਰ ਦੇਣਾ ਹੈ, ਕਿਉਂਕਿ 1 ਕਿਲੋਗ੍ਰਾਮ ਦੇ ਵਿੱਚੋਂ ਕਿੰਨੇ ਹੁੰਦੇ ਆ 1000 ਗ੍ਰਾਮ। ਤਾਂ ਹੁਣ ਅਸੀਂ ਗ੍ਰਾਮਾਂ ਨੂੰ ਕਿਲੋ 'ਚ ਬਦਲਣਾ ਹੈ, ਜਾਣੀ ਕਿ ਛੋਟੀ ਚੀਜ਼ ਨੂੰ ਵੱਡੀ ਚੀਜ਼ 'ਚ ਬਦਲਣਾ ਹੈ। ਤਾਂ ਉਹਦੇ ਵਾਸਤੇ ਸਾਨੂੰ ਫਿਰ ਇਹਨੂੰ 1000 ਨਾਲ ਭਾਗ ਕਰਨਾ ਪਵੇਗਾ। ਬੱਚੇ ਸਾਡੇ ਕੋਲ ਜੋੜ ਕਿੰਨਾ ਜਾਵੇਗਾ 2 7 ਤੇ 4 ਬੱਚਿਓ 11 6 ਤੇ 1 7। ਇਹ ਸਾਡੇ ਕੋਲ ਬਣ ਗਿਆ 10.712। ਸਾਡੇ ਕੋਲ ਜੋ ਕੁੱਲ ਸਬਜ਼ੀ ਹੈ ਬੱਚਿਓ ਉਹ ਕਿੰਨੀ ਹੈ 12। ਜਾਣੀ ਕਿ 12 ਦੇ ਵਿੱਚੋਂ ਅਸੀਂ ਇਸ 10.712 ਨੂੰ ਘਟਾ ਦੇਣਾ ਹੈ। ਬੱਚਿਓ ਜਦੋਂ ਤੁਸੀਂ ਇਸ ਨੂੰ ਘਟਾਓਗੇ ਇੱਥੇ ਅਸੀਂ ਦਸ਼ਮਲਵ ਲਾਵਾਂਗੇ ਤਾਂ ਸਾਡੇ ਕੋਲ ਆ ਜਾਣਾ ਹੈ 8। ਉਸ ਤੋਂ ਬਾਅਦ ਬੱਚਿਓ 9 ਚੋਂ 1 ਕੱਢੇ 8, 9 ਚੋਂ 7 ਕੱਢੇ 2, ਇੱਥੇ ਰਹਿ ਜਾਣਗੇ 1 ਸਾਡੇ ਕੋਲ 1 ਆ ਜਾਵੇਗਾ। ਜਾਣੀ ਕਿ ਇਸਦਾ ਬੱਚਿਓ ਆਪਸ਼ਨ ਆਂਸਰ ਕੀ ਆ ਸਾਡੇ ਕੋਲ ਸੀ ਆਪਸ਼ਨ, ਜਾਣੀ ਕਿ 1.288 ਇਸ ਦਾ ਆਂਸਰ ਹੋਵੇਗਾ। ਹੁਣ ਬੱਚਿਓ ਸਾਡੇ ਕੋਲ ਅੱਗੇ 14ਵਾਂ ਸਵਾਲ ਹੈ। ਹੇਠਾਂ ਦਿੱਤੇ ਚਿੱਤਰ ਦੁਆਰਾ ਦਰਸਾਈ ਗਈ ਸਮੀਕਰਨ ਕਿਹੜੀ ਹੋਵੇਗੀ ਜੇਕਰ ਪੂਰੇ ਚਿੱਤਰ ਨੂੰ ਇੱਕ ਪੂਰਨ ਮੰਨਿਆ ਜਾਵੇ। ਤਾਂ ਬੱਚਿਓ ਅਸੀਂ ਦੇਖਣਾ ਵੀ ਇੱਕ ਪੂਰਨ ਚਿੱਤਰ ਹੈ, ਇਸ ਦੇ ਕਿੰਨੇ ਭਾਗ ਹਨ 5। ਜਾਣੀ ਕਿ ਕੁੱਲ ਭਾਗ ਹਨ ਨੀਚੇ ਆਉਣਗੇ ਬੱਚਿਓ 5। ਉਸ ਤੋਂ ਬਾਅਦ ਸਾਡੇ ਕੋਲ ਕੀ ਹੈ ਦੇਖੋ ਪਹਿਲਾਂ ਅਸੀਂ ਇਸ ਨੂੰ 2 ਭਾਗਾਂ 'ਚ ਲਿਆ ਹੈ, ਜਾਣੀ ਕਿ 2 ਭਾਗ ਵਾਲਾ ਕੀ ਬਣੇਗਾ ਸਾਡੇ ਕੋਲੇ 2/5। ਉਸ ਤੋਂ ਬਾਅਦ ਇਹ ਸਾਡੇ ਕੋਲ 1 ਭਾਗ ਹੈ, ਜਾਣੀ ਕਿ ਇਹ ਕਿੰਨਾ ਬਣੇਗਾ 1/5। ਸਾਡੇ ਕੋਲ ਫਿਰ ਇਹ ਕਿੰਨਾ ਬੱਚਿਓ ਇਹ 1 ਭਾਗ ਹੈ,
ਇਹ ਕਿੰਨਾ ਬਣ ਜਾਏਗਾ 1.5, ਕਿਉਂਕਿ ਸਾਡੇ ਕੋਲ ਅਸੀਂ ਜੋ ਦੱਸਿਆ ਸਾਨੂੰ ਸਮੀਕਰਨ ਕਿਹੜੀ ਬਣੇਗੀ ਸੀ ਉਹ ਦੇਖਣੀ ਹੈ ਇਸ ਰੰਗਦਾਰ ਚਿੱਤਰ ਨੂੰ ਦੇਖ ਕੇ। ਤਾਂ ਇਸ ਤਰ੍ਹਾਂ ਬੱਚੋ ਸਾਡੇ ਕੋਲ ਇਸ ਦਾ ਆਪਸ਼ਨ ਜੋ ਬਣ ਜਾਵੇਗਾ ਉਹ ਕਿਹੜਾ ਆਪਸ਼ਨ ਸਾਨੂੰ ਦਿਖਾਈ ਦੇ ਰਿਹਾ ਹੈ, ਉਹ ਸਾਨੂੰ ਇਹ ਆਪਸ਼ਨ ਸਾਨੂੰ ਦਿਖਾਈ ਜੋ ਦੇ ਰਿਹਾ ਹੈ, ਕਿਉਂਕਿ ਕੁੱਲ ਰੰਗ ਵਾਲੇ ਭਾਗ ਕਿੰਨੇ ਹਨ 4 ਬਟੇ ਕਿੰਨੇ ਬਣਦੇ ਹਨ 5। ਤਾਂ ਇਸ ਤਰ੍ਹਾਂ ਵੀ ਇਸ ਨੂੰ ਜੇ ਜੋੜ ਕਰਾਂ ਸਾਡੇ ਕੋਲ ਆ ਜਾਵੇਗਾ, ਸਾਡੇ ਕੋਲ ਇਹ ਜੋੜ ਕਰਨ ਨਾਲ ਵੀ 4/5 ਬਣ ਜਾਵੇਗਾ। ਜਾਣੀ ਕਿ ਬੱਚੋ ਇਸ ਸਵਾਲ ਦਾ ਫਿਰ ਜੋ ਆਂਸਰ ਹੈ ਉਹ ਆਂਸਰ ਸਾਡੇ ਕੀ ਬਣੇਗਾ ਇਸ ਦਾ ਸੀ। ਜਾਣੀ ਕਿ ਇਸ ਸਵਾਲ ਦਾ ਜੋ ਆਂਸਰ ਸੀਗਾ ਬੱਚਿਓ ਉਹ ਸਾਡੇ ਕੋਲੇ ਸੀ ਆਪਸ਼ਨ। ਬੱਚੋ ਫਿਰ ਇਸ ਸਵਾਲ ਦਾ ਕਿਹੜਾ ਆਪਸ਼ਨ ਬਣੇਗਾ ਸਾਡੇ ਕੋਲੇ 3 ਆਪਸ਼ਨ ਨੰਬਰ 3, यानी कि सी ऑप्शन ਇਸ ਦਾ ਆਨਸਰ ਹੋਵੇਗਾ। ਹੁਣ ਬੱਚੋ ਅਸੀਂ ਅੱਗੇ 15ਵਾਂ ਸਵਾਲ ਦੇਖਦੇ ਹਾਂ। तो 15वें सवाल में ਸਾਡੇ ਕੋਲ ਕੀ ਹੈ, ਸਾਡੇ ਕੋਲ ਇਸ ਤਰ੍ਹਾਂ ਹੈ 555 ਗੁਣਾ 193 ਘਟਾਓ 555 ਗੁਣਾ 93। ਇਸ ਦੀ ਵੈਲਿਊ ਫਾਈਂਡ ਕਰਨੀ ਹੈ, ਇਸ ਦਾ ਮੁੱਲ ਜਿਹੜਾ ਹੈਗਾ ਉਹ ਅਸੀਂ ਲੱਭਣਾ ਹੈ। ਤਾਂ ਬੱਚੋ ਅਸੀਂ ਦੇਖਦੇ ਹਾਂ ਵੀ ਪਹਿਲੇ ਭਾਗ ਦੇ ਵਿੱਚ ਵੀ 555 ਕੀ ਹੈ ਸਾਡੇ ਕੋਲ ਸਾਂਝਾ ਹੈ, ਤੇ ਦੂਸਰੇ ਭਾਗ ਦੇ ਵਿੱਚ ਵੀ 555 ਕੀ ਹੈ ਸਾਂਝਾ ਹੈ। ਯਾਨੀ ਕਿ ਅਸੀਂ ਕੀ ਕੀਤਾ, ਇਹਨਾਂ ਦੇ ਵਿੱਚੋਂ 555 ਸਾਂਝਾ ਲੈ ਲਿਆ। ਦੇਖੋ ਪਹਿਲੇ ਭਾਗ ਵਿੱਚ ਜਦੋਂ ਆਪਾਂ ਨੂੰ ਕੱਟਤਾ ਸਾਡੇ ਕੋਲ ਰਹਿ ਗਿਆ ਕਿੰਨਾ ਰਹਿ ਗਿਆ ਬੱਚੇ ਇੱਥੇ 193। ਦੂਜੇ ਭਾਗ 'ਚ ਵੀ ਸਾਂਝਾ ਲੈ ਲਿਆ, ਯਾਨੀ ਕਿ ਇੱਥੋਂ ਵੀ ਗਿਆ ਕੱਟਿਆ ਗਿਆ, ਉੱਥੇ ਕਿੰਨਾ ਰਹਿ ਗਿਆ ਬੱਚੇ ਬਾਕੀ 93। ਹੁਣ ਦੇਖੋ ਜਦੋਂ ਆਪਾਂ 193 ਦੇ ਵਿੱਚੋਂ 93 ਘਟਾਏ ਤਾਂ ਸਾਡੇ ਕਿੰਨੇ ਆ ਗਏ 100। ਤਾਂ ਸਾਡੇ ਕੋਲੇ ਅੱਗੇ ਬ੍ਰੈਕਟ ਜਾਣ ਕੇ ਇਹਦੇ ਨਾਲ ਗੁਣਾ ਕਰਨਾ ਤਾਂ ਕਿੰਨਾ ਬਣ ਜਾਏਗਾ ਬੱਚਿਓ 55500। ਯਾਨੀ ਕਿ ਇਸ ਦਾ ਜੋ ਆਪਸ਼ਨ ਬਣੇਗਾ ਸਾਡੇ ਕੋਲ ਆਪਸ਼ਨ ਨੰਬਰ 4 ਇਸ ਦਾ ਜਿਹੜਾ ਆਂਸਰ ਹੈ ਬੱਚਿਓ ਉਹ ਹੋਵੇਗਾ। ਹੁਣ ਬੱਚਿਓ ਅਸੀਂ ਜੋ 16ਵਾਂ ਸਵਾਲ ਆ ਉਹ ਅਸੀਂ ਹੱਲ ਕਰਦੇ ਹਾਂ। ਮਿਲਾਨ ਕਰੋ, ਮੈਚਿੰਗ ਅਸੀਂ ਕਰਨੀ ਹੈ ਇਸ ਦੀ। ਤਾਂ ਬੱਚਿਓ ਦੇਖੋ ਇਹਦੇ ਵਿੱਚ ਜੋ ਸਾਡੇ ਕੋਲ ਜੋ ਪਹਿਲਾ ਵਾਲਾ ਸਾਡੇ ਕੋਲ ਇਹ ਪਾਰਟ ਹੈ, ਦੇਖੋ ਇਹ ਅਸੀਂ 36 ਦੇ ਵਿੱਚ 14 ਜੋੜੇ ਹੈ। 36 14 ਬੱਚੋ ਕਿੰਨੇ ਹੁੰਦੇ ਆ 50, ਜਾਣੀ ਕਿ ਇੱਕ ਨੰਬਰ ਕਿਹਦੇ ਨਾਲ ਮੈਚ ਕਰੇਗਾ ਡੀ ਦੇ ਨਾਲ। ਅਸੀਂ ਜੇ ਹੁਣ ਦੇਖ ਕੇ ਵੀ ਪਹਿਲੇ ਭਾਗ ਨਾਲ ਬੱਚੋ ਡੀ ਆਪਸ਼ਨ ਮੈਚ ਕਰਦਾ ਹੈ। ਹੁਣ ਦੇਖੋ ਪਹਿਲੇ ਭਾਗ ਨਾਲ ਡੀ ਆਪਸ਼ਨ ਇਹਦੇ ਵਿੱਚ ਨਹੀਂ ਹੈ, ਇਹ ਆਂਸਰ ਨਹੀਂ ਹੋ ਸਕਦਾ। ਇਹਦੇ ਵਿੱਚ ਵੀ ਨਹੀਂ ਹੈ, ਇਹਦੇ ਵਿੱਚ ਵੀ ਨਹੀਂ ਹੈ। ਸਿਰਫ ਸਾਡੇ ਦੂਜੇ ਭਾਗ ਦੇ ਵਿੱਚ ਪਹਿਲੇ ਨਾਲ ਜੋ ਡੀ ਵਾਲਾ ਹੈਗਾ ਉਹ ਮੈਚ ਕਰਦਾ ਹੈ। ਤਾਂ ਜੇਕਰ ਸਾਨੂੰ ਭਾਗ ਪਤਾ ਵੀ ਨਹੀਂ, ਬਾਕੀ ਭਾਗ ਪਤਾ ਨਹੀਂ ਹਨ, ਤਾਂ ਅਸੀਂ ਇਸ ਦਾ ਆਂਸਰ ਜਿਹੜਾ ਬੀ ਆ ਉਹ ਲਿਖ ਸਕਦੇ ਹਾਂ। ਲੇਕਿਨ ਬਾਕੀ ਵੀ ਅਸੀਂ ਇਸ ਤਰ੍ਹਾਂ ਜੋੜ ਕਰਕੇ ਜਿਹੜੇ ਮਿਲਾਣਾ ਉਹ ਕਰ ਸਕਦੇ ਹਾਂ। ਹੁਣ ਬੱਚੋ ਸਾਡੇ ਕੋਲ ਅੱਗੇ 17ਵਾਂ ਸਵਾਲ ਹੈ -7 -8 ਅੱਗੇ -25। ਦੇਖੋ ਇਹ ਸਾਡੇ ਕੋਲ ਬੱਚੋ -7 ਹੈ ਫਿਰ -8 ਹੈ। ਹੁਣ ਦੇਖੋ ਬ੍ਰੈਕਟ ਤੋਂ ਪਹਿਲਾਂ ਵੀ ਕੀ ਹੈ ਘਟਾਓ ਹੈ, ਉਸ ਤੋਂ ਬਾਅਦ ਵੀ ਘਟਾਓ ਹੈ। ਘਟਾਓ ਨੂੰ ਘਟਾਓ ਨਾਲ ਗੁਣਾ ਕੀਤਾ ਬੱਚੋ ਕਿੰਨਾ ਹੋ ਗਿਆ ਪਲੱਸ। ਹੁਣ ਦੇਖੋ ਪਹਿਲਾ ਭਾਗ ਕਿੰਨਾ ਬਣ ਗਿਆ ਘਟਾਓ 15, ਦੂਸਰਾ ਸਾਡੇ ਕਿੰਨਾ ਹੈ 25। 25 15 ਕੱਢੇ ਬੱਚੋ ਕਿੰਨੇ ਰਹਿ ਗਏ 10। ਜਾਣੀ ਕਿ ਇਸ ਸਵਾਲ ਦਾ ਸਾਡੇ ਉੱਤਰ ਕਿੰਨਾ ਆਵੇਗਾ ਆਪਸ਼ਨ ਨੰਬਰ 1। ਉਸ ਤੋਂ ਬੱਚੋ ਸਾਡੇ ਕੋਲ 18ਵਾਂ ਸਵਾਲ ਹੈ, ਕੋਈ ਦੁੱਧ ਵਾਲਾ ਦੋਧੀ ਇੱਕ ਹੋਟਲ ਨੂੰ ਸਵੇਰੇ 32 ਲੀਟਰ ਦੁੱਧ ਦਿੰਦਾ ਹੈ, ਸ਼ਾਮ ਨੂੰ 18 ਲੀਟਰ ਦੁੱਧ ਦਿੰਦਾ ਹੈ। ਜੇਕਰ ਦੁੱਧ ਦਾ ਮੁੱਲ 15 ਰੁਪਏ ਪ੍ਰਤੀ ਲੀਟਰ ਹੋਵੇ ਤਾਂ ਦੁੱਧ ਵਾਲੇ ਨੂੰ ਹਰ ਰੋਜ਼ ਕਿੰਨੀ ਰਾਸ਼ੀ ਉਸ ਹੋਟਲ ਤੋਂ ਮਿਲਦੀ ਹੈ। ਤਾਂ ਬੱਚੋ ਦੇਖੋ ਸਵੇਰੇ ਕਿੰਨਾ ਦੁੱਧ ਦਿੱਤਾ 32 ਲੀਟਰ, ਸ਼ਾਮ ਨੂੰ ਕਿੰਨਾ ਦਿੱਤਾ 68। ਅਸੀਂ ਇਹਨਾਂ ਦੋਨਾਂ ਦਾ ਜੋੜ ਕਰ ਲੈਣਾ ਹੈ 10। ਸਾਡੇ ਕੋਲ ਅੱਗੇ ਵੀ ਇਹ 100 ਬਣ ਗਿਆ। ਤਾਂ 1 ਲੀਟਰ ਦਾ ਬੱਚਿਓ ਭਾਅ ਕਿੰਨਾ ਹੈ 15 ਰੁਪਏ, 100 ਲੀਟਰ ਦਾ ਕਿੰਨਾ ਹੋ ਜੂ ਫਿਰ 1500 ਰੁਪਏ। ਤਾਂ 1500 ਰੁਪਏ ਕਿਹੜੇ ਆਪਸ਼ਨ ਦੇ ਵਿੱਚ ਹੈ ਡੀ ਆਪਸ਼ਨ ਦੇ ਵਿੱਚ, ਚੌਥੇ ਆਪਸ਼ਨ ਦੇ ਵਿੱਚ ਜਿਹੜਾ ਹੈਗਾ ਇਹਦਾ ਇਹ ਆਂਸਰ ਹੈ। ਯਾਨੀ ਕਿ ਇਸ ਦਾ ਆਂਸਰ ਹੈ ਡੀ ਆਪਸ਼ਨ। ਹੁਣ ਬੱਚਿਓ ਅਸੀਂ ਅੱਗੇ 19ਵਾਂ ਸਵਾਲ ਹੱਲ ਕਰਦੇ ਹਾਂ। ਤਾਂ ਦੇਖੋ ਬੱਚੇ ਇਹ ਸਵਾਲ ਦੇ ਵਿੱਚ ਕੀ ਹੈ ਸਾਡੇ ਕੋਲ ਰੇਨੂ 75 ਕਿਲੋਗ੍ਰਾਮ ਅਤੇ 69 ਕਿਲੋਗ੍ਰਾਮ ਭਾਰ ਵਾਲੀਆਂ ਦੋ ਖਾਦ ਦੀਆਂ ਬੋਰੀਆਂ ਨੂੰ ਖਰੀਦਦੀ ਹੈ। ਭਾਰ ਦੇ ਉਸ ਬੱਟੇ ਦਾ ਅਧਿਕਤਮ ਮਾਨ ਪਤਾ ਕਰੋ ਜੋ ਦੋਹਾਂ ਬੋਰੀਆਂ ਦੇ ਭਾਰਾਂ ਨੂੰ
ਪੂਰਾ ਨਾਪ ਸਕੇ। ਦੇਖੋ ਇਹ ਸਵਾਲ ਦੇ ਵਿੱਚ ਟ੍ਰਿਕੀ ਸਵਾਲ ਸਾਡੇ ਕੋਲ ਇੱਕ 75 ਕਿਲੋ ਦੀ ਬੋਰੀ ਹੈ, ਇੱਕ 69 ਕਿਲੋ ਦੀ ਬੋਰੀ ਹੈ। ਅਸੀਂ ਦੇਖਣਾ ਵੀ ਕਿੰਨੇ ਕਿਲੋਗ੍ਰਾਮ ਵਾਲਾ ਪੱਟਾ ਇਹਨਾਂ ਦੋਨਾਂ ਨੂੰ ਪੂਰਾ ਭਾਗ ਕਰਦਾ ਹੈ। ਦੇਖੋ 15 ਕਿਲੋਗ੍ਰਾਮ ਵਾਲਾ ਹੋ ਸਕਦਾ ਹੈ। ਤਾਂ ਬੱਚਿਓ ਅਸੀਂ ਇਸ ਸਵਾਲ ਨੂੰ ਮਹੱਤਵ ਸਾਬਕ ਤੌਰ ਤੇ ਦੇ ਸਕਦੇ ਹਾਂ। ਦੇਖੋ ਸਾਡੇ ਕੋਲ ਜੋ 75 ਦੇ ਗੁਣਨਖੰਡ ਬਣਦੇ ਹਨ, ਬੱਚਿਓ 75 ਦੇ ਗੁਣਨਖੰਡ ਕੀ ਹੁੰਦੇ ਆ? 3 ਗੁਣਾ 5 ਗੁਣਾ 5। ਦੇ ਵਿੱਚੋਂ ਕੀ ਬਣਦੇ ਆ? 3 ਗੁਣਾ 23। ਹੁਣ ਦੇਖੋ ਦੋਨਾਂ ਵਿੱਚ ਸਾਂਝਾ ਕੀ ਹੈ? 3 ਹੈ। इसका मतलब क्या होया भी ਜਿਹੜੇ ਦੋਨੇ ਆ 75 ਤੇ 69 3 ਕਿਲੋਗ੍ਰਾਮ ਦੇ ਪੱਟੇ ਨਾਲ ਬਿਲਕੁਲ ਪੂਰੇ ਵੰਡੇ ਜਾਣਗੇ, ਯਾਨੀ ਕਿ ਉਹਨਾਂ ਨੂੰ ਪੂਰੇ ਤੌਰ ਤੇ ਭਾਗ ਕਰੇਗਾ ਉਹ, ਯਾਨੀ ਕਿ ਇਸ ਦਾ ਆਂਸਰ ਕੀ ਹੋਗਾ ਫਿਰ 3 ਕਿਲੋਗ੍ਰਾਮ। ਹੁਣ ਬੱਚਿਓ ਅਸੀਂ 20ਵਾਂ ਸਵਾਲ ਸਾਡੇ ਪੇਪਰ ਦਾ ਲਾਸਟ ਸਵਾਲ ਸੀ ਉਹ ਦੇਖਦੇ ਹਾਂ। ਹੇਠਾਂ ਦਿੱਤੀ ਭਿੰਨ ਦਾ ਸਰਲਤਮ ਰੂਪ ਕੀ ਹੋਵੇਗਾ? ਬੱਚਿਓ ਸਾਡੇ ਕੋਲ ਭਿੰਨ ਕਿੰਨੀ ਹੈ? 150। ਹੁਣ ਦੇਖੋ ਆਪਾਂ ਨੂੰ ਦੇਖੀਏ ਤਾਂ 0 ਨੂੰ 0 ਨਾਲ ਕੱਟ ਸਕਦੇ ਹਾਂ। ਸਾਡੇ ਕੋਲ ਰਹਿ ਗਿਆ 15 6। ਦੇਖੋ 15 ਦੇ ਬੱਚੇ ਗੁਣਨਖੰਡ ਕੀ ਬਣਦੇ ਹਨ? 15 ਦੇ ਗੁਣਨਖੰਡ ਬਣਦੇ ਹਨ 5 ਗੁਣਾ 3। 6 ਦੇ ਗੁਣਨਖੰਡ ਕੀ ਹੁੰਦੇ ਹਨ? 2 ਗੁਣਾ 3। ਜਾਣੀ ਕਿ ਇਹਨਾਂ ਵਿੱਚ 3 ਫਿਰ ਜਿਹੜਾ ਭਾਗ ਸਾਂਝਾ ਹੈ 3 ਫਿਰ ਕੱਟ ਲਿਆ। ਸਾਡੇ ਕੋਲ ਉੱਤਰ ਕਿੰਨਾ ਆ ਗਿਆ? 5/2। 5/2 ਬੱਚਿਓ ਕਿਹੜੇ ਆਪਸ਼ਨ ਦੇ ਵਿੱਚ ਹੈ? 3 ਨੰਬਰ ਆਪਸ਼ਨ ਦੇ ਵਿੱਚ। ਜਾਣੀ ਕਿ ਜੋ 3 ਨੰਬਰ ਆਪਸ਼ਨ ਹੈ ਉਹ ਅਸੀਂ ਦੇਖਦੇ ਹਾਂ ਕਿ ਜਾਣੀ ਕਿ ਇਸ ਸਵਾਲ ਦਾ ਜੋ ਆਂਸਰ ਹੈ ਉਹ ਕਿੰਨਾ ਹੈ? ਜੋ ਇਸ ਦਾ ਬੱਚਿਓ ਜਾਣੀ ਕਿ ਜੋ 3 ਨੰਬਰ ਸਵਾਲ ਦਾ ਆਂਸਰ ਹੈ ਉਹ ਕੀ ਹੈ? ਸੀ ਆਪਸ਼ਨ। ਜਾਣੀ ਕਿ ਆਪਸ਼ਨ ਨੰਬਰ 3 ਇਸ ਸਵਾਲ ਦਾ ਜਿਹੜਾ ਆਂਸਰ ਆ ਬੱਚਿਓ ਉਹ ਸੀ। ਤਾਂ ਬੱਚਿਓ ਉਮੀਦ ਆ ਤੁਸੀਂ ਜਿਹੜੇ ਆਪਣੇ ਸਵਾਲ ਸਹੀ ਕੀਤੇ ਹੋਣਗੇ। ਤੁਸੀਂ ਆਪਣੇ ਜੋ ਇਹਨਾਂ ਨੰਬਰਾਂ ਦਾ ਜੋੜ ਵੀ ਲਗਾ ਲਿਆ ਹੋਵੇਗਾ ਕਿ ਤੁਹਾਡੇ ਇਸ ਪੈਚ ਦੇ ਟੈਸਟ ਵਿੱਚੋਂ ਕਿੰਨੇ ਅੰਕ ਬਣਦੇ ਹਨ। ਇਸ ਤਰ੍ਹਾਂ ਜੋ ਬਾਕੀ ਵਿਸ਼ਿਆਂ ਦੇ ਟੈਸਟ ਹਨ ਜਾਂ ਹੋਰ ਕਲਾਸਾਂ ਦੇ ਟੈਸਟ ਹਨ ਉਹ ਵੀ ਤੁਹਾਨੂੰ ਨਾਲ ਦੀ ਨਾਲ ਪੇਪਰ ਤੋਂ ਬਾਅਦ ਜਦੋਂ ਪੇਪਰ ਕਰਨ ਦਾ ਟਾਈਮ ਖਤਮ ਹੋ ਜਾਵੇਗਾ ਉਹ ਮਿਲ ਜਾਣਗੇ। ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬਾਕੀ ਆਪਣੇ ਵਿਦਿਆਰਥੀਆਂ ਨਾਲ ਜਾਂ ਆਪਣੇ ਸਾਥੀਆਂ ਨਾਲ ਵੀਡੀਓ ਨੂੰ ਸ਼ੇਅਰ ਕਰੋ। ਤੁਹਾਡਾ ਬਹੁਤ ਧੰਨਵਾਦ।